ਸਤਿ ਸ੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਮੈਂ ਸੁਖਵੀਰ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਗੱਲਬਾਤ ਕਰਾਂਗੇ ਦਿਨ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਪਰ ਤੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ। ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵੀਰ ਜੀ। ਜੀ ਪਰਮਿੰਦਰ ਜੀ, ਦੇਸ਼ ਦੇ ਕਿਸਾਨਾਂ ਦੇ ਵੱਲੋਂ 3 ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਇੱਕ ਲੰਮੀ ਲੜਾਈ ਲੜੀ ਗਈ ਆਪਣੇ ਹੱਕਾਂ ਦੇ ਲਈ। ਹਾਲਾਂਕਿ ਜਿੱਤ ਉਹਨਾਂ ਨੂੰ ਬਾਅਦ ਦੇ ਵਿੱਚ ਪ੍ਰਾਪਤ ਹੋਈ ਸੰਘਰਸ਼ ਦੇ ਵਿੱਚੋਂ, ਪਰ ਹੁਣ ਇੰਜ ਲੱਗਦਾ ਕਿ ਇੱਕ ਵਾਰ ਫਿਰ ਤੋਂ ਦੇਸ਼ ਦੇ ਕਿਸਾਨ ਅਤੇ ਭਾਰਤ ਸਰਕਾਰ ਆਮੋ ਸਾਹਮਣੇ ਹੋ ਸਕਦੇ ਨੇ, ਕਿਉਂਕਿ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਡਿਜੀਟਲ ਖੇਤੀ ਨੂੰ ਜਿਹੜਾ ਅੱਗੇ ਲੈ ਕੇ ਆਏਗੀ, ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਹੁਣ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਖਿਲਾਫ ਉਤਰਨ ਲੱਗ ਗਏ ਨੇ। ਦੇਖੋ, ਕਿਸਾਨਾਂ ਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਧੱਕਾ ਜਾਂ ਜਿਹੜੀਆਂ ਗਲਤ ਨੀਤੀਆਂ ਅਕਸਰ ਬਣੀਆਂ ਨੇ ਉਹ ਕਿਸਾਨਾਂ ਦੇ ਖਿਲਾਫ ਜਾ ਕੇ ਭੁਗਤੀਆਂ ਨੇ। ਉਹ ਉਹਨਾਂ ਨੇ ਸਰਕਾਰਾਂ ਕੋਈ ਵੀ ਹੋਣ, ਸਰਕਾਰ ਕੋਈ ਹੋਵੇ, ਸੈਂਟਰ 'ਚ ਹੋਵੇ, ਸੂਬੇ 'ਚ ਹੋਵੇ, ਸਰਕਾਰਾਂ ਕਦੇ ਵੀ ਕਿਸਾਨ ਦੇ ਹੱਕ 'ਚ ਨਹੀਂ ਭੁਗਤੀਆਂ। ਹਾਲਾਂਕਿ ਦੇਸ਼ ਦਾ ਅੰਨਦਾਤਾ ਕਹਿ ਕੇ ਤਾਂ ਆਪਾਂ ਕਹਿ ਲਓ ਕਿ ਕਿਸਾਨ ਨੂੰ ਬੁਲਾਇਆ ਜਾਂਦਾ ਕਿ ਕਿਸਾਨ ਅੰਨਦਾਤਾ ਆ, ਅੰਨਦਾਤਾ ਕਹਿ ਦਿੱਤਾ। ਅਤੇ ਲੇਕਿਨ ਹੁਣ ਜਿੱਥੇ ਇੱਕ ਪਾਸੇ ਜੇ ਕਿਸੇ ਨੂੰ ਆਪਾਂ ਦਾਤਾ ਕਹਿ ਦਈਏ, ਜਾਣੀ ਕਿ ਉਹ ਸਾਡਾ ਪਾਲਣਹਾਰ ਹੋ ਗਿਆ, ਦੇਵਤਾ ਕਹਿ ਲਓ, ਤਾਂ ਉਹਦੀ ਪੂਜਾ ਕਰਦੇ ਆ। ਪਰ ਜੇ ਕਿਸਾਨ ਦੀ ਵਾਰੀ ਆਉਂਦੀ ਆ ਤਾਂ ਕਿਸਾਨ ਨੂੰ ਕੇਵਲ ਬੁਲਾਇਆ ਜਾਂਦਾ ਦਾਤਾ ਨਾ ਕਹਿ ਕੇ ਵੀ ਦਾਤਾ ਆ, ਇਹ ਉਹਦਾ ਨਾਂ ਦੇਤਾ ਦਾਤਾ, ਅੰਨਦਾਤਾ। ਪਰ ਜਦੋਂ ਉਹਦੇ ਲਈ ਕੁਛ ਕਾਰ ਗੁਜ਼ਰਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਜਿੱਦਾਂ ਵੀ ਉਹਦੇ ਨਾਲ ਧੱਕਾ ਹੋ ਸਕਦਾ, ਜਿੰਨਾ ਕੁ ਹੋ ਸਕਦਾ ਉਹੀ ਕਰਦੇ ਆ। ਮੈਂ ਇੱਕ ਗੱਲ ਕਰ ਦਿੰਦਾ ਇੱਥੇ ਕਿ ਜੇ ਮੈਂ ਕੋਈ ਇਹ ਨਹੀਂ ਇੱਥੇ ਜਾਤ ਪਾਤ ਦੀ ਕੋਈ ਗੱਲ ਨਹੀਂ ਹੈਗੀ। ਕਿਸਾਨ ਮਤਲਬ ਜੋ ਕੋਈ ਵੀ ਬੰਦਾ ਜੋ ਖੇਤਾਂ ਦੇ ਵਿੱਚ ਕੰਮ ਕਰਦਾ, ਜਿਹਦੇ ਕੋਲ ਜ਼ਮੀਨ ਹੈ, ਖੇਤੀ ਕਰਦਾ, ਉਹਦੇ ਵਿੱਚ ਮਜ਼ਦੂਰ ਵੀ ਆ ਜਾਂਦੇ ਨੇ, ਸਾਰੇ ਹੀ ਆ ਜਾਂਦੇ ਨੇ। ਖੇਤੀ ਮਜ਼ਦੂਰ ਵੀ ਆ ਗਏ, ਖੇਤ ਜਿਹਨੇ ਮਾਲਕ ਉਹ ਵੀ ਆ ਗਏ, ਛੋਟੇ ਵੀ ਆ ਗਏ, ਵੱਡੇ ਵੀ ਆ ਗਏ। ਇਹ ਵਖਰੇਵਾਂ ਜਾਂ ਵਿਸ਼ਾ ਅਲੱਗ ਆ। ਤਾਂ ਜਿਹੜੇ ਕਿਸਾਨ ਨੇ ਉਹ ਇਕੱਲੇ ਇਹਨਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਨਹੀਂ ਹੁੰਦੇ ਹੈਗੇ, ਕੁਦਰਤ ਦੀ ਕਰੋਪੀ ਦਾ ਵੀ ਸ਼ਿਕਾਰ ਹੁੰਦੇ ਨੇ। ਕੁਦਰਤ ਜਦੋਂ ਧੱਕਾ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸਾਨ ਨਾਲ ਹੁੰਦਾ ਧੱਕਾ। ਕੋਈ ਹੜ੍ਹ ਆ ਜੇ, ਸੋਕਾ ਪੈ ਜੇ, ਕੋਈ ਹੋਰ ਇਸ ਤਰ੍ਹਾਂ ਦੀ ਕੁਦਰਤੀ ਤੌਰ 'ਤੇ ਜ਼ਮੀਨ ਦੇ ਵਿੱਚੋਂ ਕੋਈ ਇੱਦਾਂ ਦਾ ਬਿਮਾਰੀ ਪੈ ਜੇ, ਜਾਂ ਕੋਈ ਕਿਸੇ ਹੋਰ ਪਾਸਿਓਂ ਕੋਈ ਸੁੰਡੀ ਆ ਗਈ, ਕਦੇ ਟਿੱਡੀ ਦਾ ਲੱਗ ਗਿਆ, ਕਦੇ ਕੋਈ ਬਿਮਾਰੀ ਪੈ ਗਈ ਫਸਲਾਂ ਨੂੰ, ਕਦੇ ਕੁਛ ਹੋ ਗਿਆ। ਇਹ ਕੁਦਰਤ ਦੀਆਂ ਕਰੋਪੀਆਂ ਮੰਨੀਆਂ ਜਾਂਦੀਆਂ ਨੇ। ਬਾਕੀ ਜਿਹੜੀ ਰਹਿੰਦ ਖੂੰਹਦ ਹੁੰਦੀ ਹੈ, ਕਿਤੇ ਕਸਰ ਹੁੰਦੀ ਹੈ, ਉਹ ਸਰਕਾਰਾਂ ਕੱਢ ਦਿੰਦੀਆਂ ਨੇ। ਨਕਲੀ ਬੀਜ ਕੱਢ ਦਿੰਦੇ ਨੇ, ਨਕਲੀ ਦਵਾਈਆਂ ਕੱਢ ਦਿੰਦੀਆਂ ਨੇ। ਅਤੇ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਸਰਕਾਰ ਦੀਆਂ, ਚਾਹੇ ਉਹ MSP ਦੀ ਆ, ਚਾਹੇ ਫਸਲਾਂ ਦੀ ਖਰੀਦ ਹੈ, ਚਾਹੇ ਮੰਡੀਕਰਨ ਕਰ ਲਓ ਫਸਲਾਂ ਦਾ, ਚਾਹੇ ਉੱਥੇ ਸਾਂਭ ਸੰਭਾਲ ਕਹਿ ਦਿਓ, ਕਿਸੇ ਵੀ ਤਰ੍ਹਾਂ ਦਾ ਹੈਗਾ, ਅਨਾਜ ਰੁਲਦਾ ਕਹਿ ਦਿਓ, ਅਨਾਜ ਨਾ ਚੱਕਣਾ, ਜਾਂ ਸਬਜ਼ੀਆਂ ਦਾਲਾਂ ਦੀ ਜਿਹੜੀ ਪੈਦਾ ਕਰੀਆਂ ਜਾਂਦੀਆਂ ਨੇ ਕਿਸਾਨਾਂ ਵੱਲੋਂ, ਉਹਨਾਂ ਦੀ ਮੰਡੀਕਰਨ, ਉਹਨਾਂ ਦਾ ਨਾ ਹੋਣਾ, ਜਾਂ ਕਿਸਾਨ ਨੂੰ ਉਹਦਾ ਬਣਦਾ ਹੱਕ ਜਿਹੜਾ ਹੈਗਾ, ਜੋ ਬਣਦੀ ਲਾਗਤ ਹੈਗੀ ਹੈ, ਉਹ ਵੀ ਨਹੀਂ ਮਿਲਦੀ ਹੈਗੀ। ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਤੁਰਿਆ ਹੁੰਦਾ। ਹੁਣ ਜਿਹੜੇ ਲਗਾਤਾਰ ਜਿਹੜੀ ਸਰਕਾਰਾਂ ਨੇ ਉਹ ਅੱਜ ਦੀਆਂ ਨਹੀਂ, ਇਹ ਤਾਂ ਚਲੋ ਇੱਕ ਐਂ ਕਹਿ ਲਓ ਕਿ ਸਿੱਧਾ ਸਪਾਟ ਹੋ ਕੇ ਚੱਲ ਪਈ ਬੀਜੇਪੀ ਨੇ ਐਲਾਨ ਹੀ ਕਰਨੇ ਸ਼ੁਰੂ ਕਰਤੇ ਕਿ ਤਾਂ ਹੋਏਗਾ, ਕਿਉਂਕਿ ਸਿੱਧੇ ਤੌਰ 'ਤੇ ਕਾਰਪੋਰੇਟ ਜਿਹੜੇ ਹੈਗੇ ਨੇ ਇਸ ਵਾਰ ਸਿੱਧੇ ਤੌਰ 'ਤੇ ਆ ਗਏ ਉਹ ਸਰਕਾਰ ਦੇ ਵਿੱਚ, ਕਿ ਸਰਕਾਰ ਨੂੰ ਬਣਾਉਣ 'ਚ ਸਿੱਧਾ ਹੱਥ ਦਿਖਾ ਰਹੇ ਨੇ, ਔਰ ਇਹ ਸਾਬਤ ਵੀ ਕਰ ਰਹੇ ਨੇ ਕਿ ਕਾਰਪੋਰੇਟ ਹੁੰਦੇ ਨੇ ਹਰ ਇੱਕ ਸਰਕਾਰ ਪਿੱਛੇ। ਹੁਣ BJP ਸਿੱਧੇ ਤੌਰ 'ਤੇ ਫੈਸਲੇ ਲੈ ਰਹੀ ਹੈ। BJP ਨੇ ਹੁਣ ਜਿਹੜਾ ਨਵਾਂ ਏਜੰਡਾ ਕਹਿ ਦਿਓ ਲੈ ਕੇ ਆਈ ਹੈ, ਉਹ ਹੈਗਾ ਕਿ ਡਿਜੀਟਲ ਖੇਤੀ ਮਾਡਲ ਅਸੀਂ ਲੈ ਕੇ ਆ ਰਹੇ ਹਾਂ ਕਿਸਾਨਾਂ ਲਈ। ਪਰ ਕਿਸਾਨ ਜਿਹੜਾ ਹੁਣ ਪੰਜਾਬ ਦੇ ਵਿੱਚੋਂ ਫੇਰ ਸ਼ੁਰੂਆਤ ਹੋ ਸਕਦੀ ਹੈ, ਪੰਜਾਬ ਦੇ ਵਿੱਚੋਂ ਫੇਰ ਵਿਚਾਰੇ ਕਿਸਾਨ ਉੱਠਣਗੇ, ਮਜ਼ਦੂਰ ਉੱਠਣਗੇ, ਕਿਸਾਨੀ ਮਜ਼ਦੂਰ ਜਿਹੜੇ ਹੈਗੇ ਨੇ ਉਹ ਉੱਠਣਗੇ, ਖੇਤ ਮਜ਼ਦੂਰ ਕਹਿ ਲਓ, ਉਹ ਸੰਘਰਸ਼ ਫੇਰ ਉਸੇ ਤਰ੍ਹਾਂ ਦਾ ਕੋਈ ਛਿੜ ਜਾਊਗਾ, ਫੇਰ ਲੰਮਾ ਪੀਣ ਪੈ ਜਾਣਾ, ਫੇਰ ਉਹੀ ਸਿਸਟਮ, ਉਹੀ ਸੜਕਾਂ ਦਾ, ਉਹੀ ਬੈਠਣ ਦਾ, ਉਹੀ ਕਾਨੂੰਨਾਂ ਦਾ, ਉਹੀ ਡੰਡਾ ਚਾਰਜ, ਉਹੀ ਮੌਤਾਂ, ਉਹ ਸਾਰਾ ਕੁਛ ਫੇਰ ਨਾ ਹੋ ਜੇ। ਗੱਲ ਤਾਂ ਇਹ ਹੁੰਦੀ ਹੈ ਕਿ ਨੀਤੀ ਜਿਹੜੀ ਹੁੰਦੀ ਹੈ ਲੋਕਾਂ ਦੇ ਲਈ ਹੁੰਦੀ ਹੈ, ਕਾਨੂੰਨ ਵੀ ਲੋਕਾਂ ਦੇ ਲਈ ਹੁੰਦਾ, ਲੋਕ ਕਾਨੂੰਨ ਲਈ ਨਹੀਂ ਹੁੰਦੇ ਹੈਗੇ। ਕਾਨੂੰਨ ਜੇ ਬਣਦਾ, ਕੋਈ ਨੀਤੀ ਬਣਦੀ ਹੈ, ਜਾਂ
ਕੋਈ ਸਰਕਾਰ ਨੀਤੀ ਇਦਾਂ ਦੀ ਬਣਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਫਾਇਦਾ ਲੋਕਾਂ ਦਾ ਸੋਚਣਾ ਹੁੰਦਾ ਹੈ। ਜੇ ਕਾਨੂੰਨ ਅੱਜ ਕੋਈ ਬਣਦਾ, ਚਲੋ ਟ੍ਰੈਫਿਕ ਦਾ ਲੈ ਲਓ, ਤੇ ਟ੍ਰੈਫਿਕ ਦਾ ਕਾਨੂੰਨ ਹੈਲਮਟ ਪਾਉਣਾ, ਤਾਂ ਹੁਣ ਹੈਲਮਟ ਪਾਉਣਾ ਇਹ ਤਾਂ ਨਹੀਂ ਹੈਗਾ ਵੀ ਹੈਲਮਟ ਪਾਉਣਾ ਹੈ ਬਸ ਕਾਨੂੰਨ ਬਣ ਗਿਆ, ਨਹੀਂ, ਉਹ ਰੱਖਿਆ ਵੀ ਇਹ ਲੋਕਾਂ ਦੀ ਸੁਰੱਖਿਆ ਲਈ ਹੈ। ਕਿਤੇ ਸਿਰ ਤੇ ਜ਼ਿਆਦਾ ਸੱਟ ਲੱਗਦੀ ਹੈ ਤਾਂ ਐਕਸੀਡੈਂਟ ਹੁੰਦਾ ਤਾਂ ਬੰਦੇ ਦੀ ਜਾਨ ਨਾ ਚਲੀ ਜਾਵੇ, ਇਹ ਕਾਨੂੰਨ ਹੈ। ਇਹ ਸਖਤੀ ਨਾਲ ਲਾਗੂ ਵੀ ਕਰਿਆ ਜਾਂਦਾ ਹੈ ਵੀ ਹਾਂ, ਉਹਦੇ ਉੱਤੇ ਜੁਰਮਾਨਾ ਵੀ ਰੱਖਿਆ ਜਾਂਦਾ। ਜੇ ਕਾਨੂੰਨ ਇਦਾਂ ਦੇ ਬਣਾਏ ਜਾਣ ਕਿ ਫਾਇਦਾ ਹੈਗਾ ਇਹ 'ਚ, ਤੁਹਾਡੀ ਜਾਨ ਦਾ ਵੀ, ਮਾਲ ਦਾ ਵੀ, ਤੁਹਾਨੂੰ ਪੈਸਾ ਵੀ ਮਿਲਦਾ, ਤੁਹਾਡੀ ਰੱਖਿਆ ਵੀ ਹੁੰਦੀ ਹੈ, ਤਾਂ ਕਾਨੂੰਨ ਮੰਨਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ। ਜਿਹੜੇ ਲੋਕ ਨਹੀਂ ਮੰਨਦੇ ਉਹਦਾ ਮਤਲਬ ਤਾਂ ਇਹੀ ਹੁੰਦਾ ਕਿ ਉਹ ਆਪਣੀ ਜਾਨ ਨਾਲ ਖੇਡ ਰਹੇ ਹੁੰਦੇ ਨੇ, ਠੀਕ ਹੈ। ਇੱਦਾਂ ਦੇ ਹੀ ਖੇਤੀ ਕਾਨੂੰਨ ਨੇ ਜਿਹੜੇ, ਜੇ ਇਹਨਾਂ ਨੂੰ ਕਿਸਾਨੀ ਹੱਕਾਂ ਦੇ ਲਈ ਜਾਂ ਕਿਸਾਨੀ ਹਿੱਤਾਂ ਨੂੰ ਮੁੱਖ ਰੱਖ ਕੇ ਬਣਾਇਆ ਹੁੰਦਾ ਤਾਂ ਕਿਸਾਨ ਕਿਉਂ ਵਿਰੋਧ ਕਰਦੇ। ਆਹੀ ਹੁਣ ਡਿਜੀਟਲ ਖੇਤੀ ਮਾਡਲ ਜਿਹੜਾ ਲੈ ਕੇ ਆ ਰਹੇ ਨੇ, ਇਹ ਕਹਿੰਦੇ ਕਿ ਜਿਹੜਾ ਕਿਸਾਨ ਨੇ ਉਹ ਕਹਿੰਦੇ ਵੀ ਇਹ ਜਿੱਥੇ ਜਿੱਥੇ ਵੀ ਲਾਗੂ ਹੋਇਆ, ਅਮਰੀਕਾ 'ਚ ਹੋਇਆ ਜਾਂ ਦੱਖਣੀ ਅਫਰੀਕਾ 'ਚ ਹੋਇਆ, ਆਸਟ੍ਰੇਲੀਆ 'ਚ ਹੋਇਆ, ਉੱਥੋਂ ਜਿਹੜੇ ਕਿਸਾਨ ਸੀਗੇ ਉਹ ਖੇਤੀ 'ਚੋਂ ਬਾਹਰ ਆ ਗਏ ਤੇ ਇੰਨੇ ਕੁ ਮਾਰੂ ਨੇ। ਇਹ ਕਹਿੰਦੇ ਕਿ 3 ਖੇਤੀ ਕਾਨੂੰਨਾਂ ਨੂੰ ਬਦਲ ਕੇ ਉਹੀ ਰੂਪ ਹੈ ਜਿਹੜਾ ਆ ਡਿਜੀਟਲ ਖੇਤੀ ਮਾਡਲ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲਾਗੂ ਕਰਨਾ ਚਾਹੁੰਦੇ ਨੇ, ਔਰ ਲਾਗੂ ਕਰ ਵੀ ਦਿੱਤਾ ਇਹਨਾਂ ਨੇ। ਕਹਿੰਦੇ 6 ਸੂਬਿਆਂ ਦੇ ਵਿੱਚ 100 ਦੇ ਕਰੀਬ ਪਿੰਡਾਂ ਦੇ ਵਿੱਚ ਇਹ ਡਿਜੀਟਲ ਖੇਤੀ ਮਾਡਲ ਲਾਗੂ ਕੀਤਾ ਗਿਆ, ਜਿਹਦਾ ਠੇਕਾ ਜਿਹੜਾ ਹੈਗਾ ਐਮਾਜ਼ੋਨ ਕੰਪਨੀ ਤੇ ਪਤੰਜਲੀ ਨੂੰ ਦਿੱਤਾ ਗਿਆ, ਦੱਸਿਆ ਜਾ ਰਿਹਾ। ਕਿਸਾਨ ਆਗੂ ਦੱਸ ਰਹੇ ਨੇ ਕਿ ਇਹਨਾਂ ਕੰਪਨੀਆਂ ਨੂੰ ਦਿੱਤਾ, ਤਾਂ ਸਿੱਧੇ ਤੌਰ ਤੇ ਕਹਿ ਲਓ ਕਿ ਇਸ ਰਸਤੇ ਨਹੀਂ ਤਾਂ ਦੂਜੇ ਰਸਤੇ ਕਾਰਪੋਰੇਟਾਂ ਨੂੰ ਅੰਦਰ ਵਾੜਤਾ। ਉਹ ਅੰਦਰ ਵਾੜਿਆ ਜਾ ਰਿਹਾ, ਉਹ ਅੰਦਰ ਵਾੜ ਕੇ ਫਿਰ ਉਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਉਹੀ ਗੱਲ ਜਿਹੜੀ ਪਹਿਲਾਂ ਹੋਈ ਸੀ ਉਹਨਾਂ ਤੇ ਫਿਰ ਜ਼ਮੀਨਾਂ 'ਤੇ ਗੱਲ ਆ ਜਾਣੀ ਹੈ ਕਿ ਸਾਡੀਆਂ ਜ਼ਮੀਨਾਂ ਹੜਪਣਗੇ ਇਹ। ਫਿਰ ਹੁਣ ਉਹਨਾਂ ਨੇ ਤਾਂ ਹੜਪਣਾ ਹੀ ਹੈ, ਉਹ ਕਦੋਂ ਨੁਕਸਾਨ ਤਾਂ ਝੱਲ ਨਹੀਂ ਸਕਦਾ। ਕਾਰਪੋਰੇਟ ਕਿਉਂ ਨੁਕਸਾਨ ਝੱਲੂਗਾ? ਹਰ ਇੱਕ ਬੰਦਾ ਆਪਣਾ ਫਾਇਦਾ ਦੇਖਦਾ। ਤਾਂ ਕਾਰਪੋਰੇਟ ਜਿਹਨਾਂ ਨੇ ਕਰੋੜਾਂ ਅਰਬਾਂ ਰੁਪਇਆ ਲਾ ਕੇ ਆਪਣੇ ਬਿਜ਼ਨਸ ਖੜੇ ਕੀਤੇ ਆ ਤੇ ਹੁਣ ਅਰਬਾਂ ਖਰਬਾਂ ਦੀ ਕਮਾਈ ਹੈ ਉਹਨਾਂ ਤੋਂ, ਉਹ ਕਿਉਂ ਘਾਟਾ ਚੱਲਣਗੇ? ਉਹ ਚੱਲਣਗੇ। ਉਹ ਤਾਂ ਕਹਿਣਗੇ ਕਿ ਜ਼ਮੀਨ ਇਹਨਾਂ ਦੇ ਜਾਣੀ ਕਿ ਕਿਸਾਨਾਂ ਨੂੰ ਖੇਤ ਮਜ਼ਦੂਰ ਬਣਾ ਕੇ ਛੱਡ ਦੇਣਾ, ਜ਼ਮੀਨ ਉਹਨਾਂ ਨੇ ਆਪਣੇ ਨਾਂ ਕਿਸੇ ਤਰ੍ਹਾਂ ਕਿਸੇ ਤਰੀਕੇ ਕਰਾਉਣੀ ਹੋਈ ਆ। ਇਹ ਇੱਕ ਕਹਿ ਲਓ ਸਰਕਾਰ ਦਾ ਕਹਿ ਲਓ ਫੇਲੀਅਰ ਹੈ ਇੱਕ ਤਰ੍ਹਾਂ ਦਾ, ਵੀ ਜਿਹੜਾ ਇੰਨਾ ਜ਼ਿਆਦਾ ਉਹਨਾਂ ਦੇ ਹੱਥਾਂ 'ਚ ਖੇਡਿਆ ਜਾ ਰਿਹਾ ਤੇ ਕਿਸਾਨਾਂ ਨੂੰ ਮੁੜ ਤੋਂ ਫੇਰ ਸੰਘਰਸ਼ ਦੇ ਰਾਹ ਤੇ ਤੋਰਿਆ ਜਾ ਰਿਹਾ। ਇਹ ਕਿਸਾਨ ਆਗੂ ਹੁਣ ਫੇਰ ਕਹਿ ਰਹੇ ਨੇ ਕਿ ਹੁਣ ਉੱਦਾਂ ਦਾ ਵਿਦਰੋਹ ਫੇਰ ਕਿਤੇ ਖੜਾ ਨਾ ਕਰਨਾ ਪੈ ਜੇ। ਪਹਿਲਾਂ ਹੀ ਚਾਹੀਦਾ ਕਿ ਜੇ ਸਰਕਾਰ ਜਿਹੜੀ ਹੈਗੀ ਕਿਸਾਨਾਂ ਦੇ ਹਿੱਤ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੇ ਮਾਡਲ ਜਿਹੜੇ ਖੇਤੀ ਵਾਸਤੇ ਨਾ ਲਿਆਵੇ ਤੇ ਨਾ ਹੀ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਵੇ। ਜੀ ਪਰਮਿੰਦਰ ਜੀ, ਤੋਮਰ ਸਾਹਿਬ ਦਾ ਇੱਕ ਬਿਆਨ ਹੋਰ ਵੀ ਬੜਾ ਚਰਚਾ ਦੇ ਵਿੱਚ ਹੈ। ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਪਿਛਲੇ 8 ਸਾਲਾਂ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਉਹ ਆਪਣੀ ਸਰਕਾਰ ਦੇ ਪਿਛਲੇ 8 ਸਾਲਾਂ ਦਾ ਕਾਰਜਕਾਲ ਦਾ ਜ਼ਿਕਰ ਕਰਦੇ ਨੇ ਕਿ ਪਿਛਲੇ 8 ਸਾਲਾਂ ਦੇ ਵਿੱਚ ਲੱਖਾਂ ਕਿਸਾਨਾਂ ਦੀ ਆਮਦਨ ਜਿਹੜੀ ਉਹ ਦੁੱਗਣੀ ਹੋਈ ਹੈ। ਉਹ ਦੇਖੋ, ਇੱਕ ਪਹਿਲਾਂ ਵੀ ਕਹਿੰਦੇ ਸੀ ਦੁੱਗਣੀ ਹੋ ਜੂਗੀ, ਹੁਣ ਵੀ ਕਹੀ ਜਾਂਦੇ ਦੁੱਗਣੀ ਹੋਈ ਹੈ। ਕਿਸਾਨ ਤਾਂ ਫੇਰ ਖੁਦਕੁਸ਼ੀਆਂ ਕਰ ਰਿਹਾ। ਉਹ ਜਿਹੜੇ ਲੱਖਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ, ਉਹਨਾਂ ਦੀਆਂ ਜਾਂ ਤਾਂ ਪਹਿਲਾਂ ਹੀ ਜ਼ਮੀਨਾਂ ਬਥੇਰੀਆਂ ਹੋਣਗੀਆਂ ਤੇ ਜੇ ਜਾਂ ਫਿਰ ਉਹਨਾਂ ਕੋਲ ਖੇਤੀ ਇੱਦਾਂ ਦੀ ਕਹਿ ਲਓ ਜਾਂ ਫਿਰ ਝੂਠ ਬੋਲਿਆ ਜਾ ਰਿਹਾ ਹੈ ਕਹਿ ਲਓ, ਖੇਤੀ ਦੇ ਮਾਡਲ ਇੱਦਾਂ ਦੇ ਹੋਣਗੇ, ਵੱਡੇ ਵੀਰ ਹੋਣਗੇ, ਉਹਨਾਂ ਨੇ ਤਾਂ ਅੱਗੇ ਬਿਜ਼ਨਸ ਤੋਰ ਲੈਂਦੇ ਅਗਲੇ ਤੇ ਉਹਨਾਂ ਦਾ ਹੋ ਵੀ ਜਾਂਦਾ। ਆਪਾਂ ਇਹ ਗੱਲ ਨਹੀਂ ਕਰਦੇ ਕਿ ਦੁੱਗਣੀ ਨਹੀਂ ਹੋਈ ਹੋਊਗੀ, ਕਿਤੇ ਨਾ ਕਿਤੇ ਜਾ ਕੇ ਬੰਦਾ ਕੋਈ ਮੰਡੀ ਕਰਨ ਦਾ ਕੋਈ ਸਾਧਨ ਲੱਭ ਲੈਂਦਾ ਜਾਂ ਕੋਈ ਹੋਰ ਸਾਧਨ ਲੱਭ ਲੈਂਦਾ, ਜਾਂ ਐਂ ਗੱਲ ਹੋਰ ਪ੍ਰੋਜੈਕਟ ਬੜੇ ਨੇ ਜਿਹੜੇ ਕਿਸਾਨ ਲਾ ਸਕਦੇ ਆ, ਜਾਂ ਡੇਅਰੀ ਦੇ ਹੈਗੇ ਨੇ ਜਾਂ ਹੋਰ ਪਸ਼ੂ ਪਾਲਣ ਦੇ ਹੈਗੇ ਨੇ, ਠੀਕ ਹੈ। ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਜਿਨ੍ਹਾਂ ਕੋਲ ਪੈਸਾ ਉਹ ਲਾ ਕੇ ਆਮਦਨ ਦੁੱਗਣੀ ਕਰ ਲੈਂਦੇ ਆ, ਇਸ ਤੋਂ ਇਨਕਾਰ ਹੀ ਨਹੀਂ ਹੈਗੇ ਆਪਾਂ। ਪਰ ਜਿਹੜੀ ਗੱਲ ਇਹ ਕਰਦੇ ਹੈ ਕਿ 8 ਸਾਲਾਂ ਦੇ ਵਿੱਚ ਲੱਖਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਜੇ ਆਮਦਨ ਦੁੱਗਣੀ ਹੋਈ ਹੈ ਤਾਂ ਸਰਕਾਰ ਦੀ ਤਾਂ ਕੋਈ ਐਸੀ ਨੀਤੀ ਨਹੀਂ ਆਈ ਕਿ ਜਿਹਨੂੰ ਵਰਤ ਕੇ ਕਿਸਾਨਾਂ ਨੇ ਲੱਖਾਂ ਦੇ ਕਿਸਾਨਾਂ ਨੇ ਦੁੱਗਣੀ ਕਰ ਲਈ ਆਪਣੀ ਆਮਦਨ। ਕਿਸਾਨ ਤਾਂ ਉਹੀ MSP ਦੇਣ ਤੋਂ ਫੇਰ ਕਤਰਾ ਰਹੀ ਹੈ, ਉਹੀ ਝੋਨਾ, ਉਹੀ ਕਣਕ ਆ, ਠੀਕ ਹੈ, ਉੱਦਾਂ ਦੀਆਂ ਫਸਲਾਂ ਨੇ। ਬਾਕੀ ਤਾਂ ਸਾਰੇ 3 ਖੇਤੀ ਜਿਹੜੇ ਕਾਨੂੰਨ ਸੀਗੇ ਉਹਨਾਂ ਦੇ ਉੱਪਰ ਲੜਾਈ ਲੜੀ ਗਈ। 3 ਸਾਲ ਪੂਰਾ ਤਾਂ ਕਿਸਾਨ ਉੱਥੇ ਬੈਠੇ ਰਹੇ। ਤੇ ਜਿਹੜੀ ਸ਼ਾਬਾਸ਼ੀ ਲੈਣ ਦੀ ਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਮਰ ਹੋਰਾਂ ਵੱਲੋਂ, ਤਾਂ ਪਹਿਲਾਂ ਇਹ ਦੱਸਣ ਕਿ ਸਾਡੀ ਇਹ ਪਾਲਿਸੀ ਸੀਗੀ, ਅਸੀਂ ਇਸ ਪਾਲਿਸੀ ਦੇ ਤਹਿਤ
ਕਿਸਾਨਾਂ ਦੇ ਵਿੱਚ ਗਏ ਲੈ ਕੇ ਇਹ ਪਾਲਿਸੀ, ਠੀਕ ਹੈ। ਇਸ ਪਾਲਿਸੀ ਦੇ ਤਹਿਤ ਕਿਸਾਨਾਂ ਨੂੰ ਪ੍ਰੇਰਿਆ ਸੀ ਨੇ, ਤਾਂ ਉਹ ਸਾਡੇ ਨਾਲ ਚੱਲੇ, ਸਾਡੇ ਨਾਲ ਰਲ ਮਿਲ ਕੇ ਚੱਲੇ, ਉਹਨਾਂ ਦੀ ਆਮਦਨ ਦੁੱਗਣੀ ਹੋਈ ਹੈ। ਕਿਸਾਨ ਪੰਜਾਬ ਦੇ ਕਿਸਾਨ ਤਾਂ ਅੱਜ ਵੀ ਕਰਜ਼ਾਈ ਨੇ, ਉਹ ਕਰਜ਼ਾਈ ਹੋਈ ਜਾ ਰਹੇ ਨੇ। ਪਹਿਲਾਂ ਤਾਂ ਚਲੋ ਆਪਾਂ ਕਹਿ ਦੋ ਕਿ ਜਿਹੜੇ ਮੇਲ ਸੀਗੇ ਬੰਦੇ, ਉਹੀ ਕੇਵਲ ਤੇ ਕੇਵਲ ਖੁਦਕੁਸ਼ੀਆਂ ਦੇ ਰਾਹ 'ਤੇ ਸੀ। ਹੁਣ ਤਾਂ ਪਿਛਲੇ ਦਿਨ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ 70-80 ਹਜ਼ਾਰ ਰੁਪਏ ਕਰਜ਼ਾ ਤਾਂ ਉਹਦੇ 'ਤੇ ਲੇਡੀਜ਼ ਜਿਹੜੀਆਂ ਔਰਤਾਂ ਨੇ, ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਨੇ, ਜੁੜੀਆਂ ਹੋਈਆਂ ਨੇ ਕਿਸਾਨੀ ਨਾਲ, ਉਹ ਵੀ ਖੁਦਕੁਸ਼ੀਆਂ ਕਰਨ 'ਤੇ ਰਾਹ 'ਤੇ ਪੈ ਗਈਆਂ। ਇਹ ਕਿਹੜੇ ਲੱਖਾਂ ਪਰਿਵਾਰ ਨੇ, ਕਿਹੜੇ ਲੱਖਾਂ ਕਿਸਾਨ ਨੇ ਜਿਨ੍ਹਾਂ ਦੀ ਆਮਦਨ ਦੁੱਗਣੀ ਹੋਈ ਹੈ, ਉਹਨਾਂ ਨੂੰ ਦੇਸ਼ ਦੇ ਵਿੱਚ ਫੇਰਿਆ ਜਾਵੇ, ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲਿਆਂਦਾ ਜਾਵੇ, ਉਹਨਾਂ ਨੂੰ ਸਾਹਮਣੇ ਕੀਤਾ ਜਾਵੇ, ਬਾਕੀ ਕਿਸਾਨਾਂ ਨੂੰ ਦੱਸਣ ਨਾ ਵੀ ਉਹਨਾਂ ਦੇ ਕਿਹੜੇ ਪ੍ਰੋਜੈਕਟ ਨੇ ਇਹ ਜਿਹੜੇ ਬਿਨਾਂ ਪੈਸਾ ਖਰਚੇ। ਇੱਕ ਕਰਜ਼ਾਈ ਕਿਸਾਨ ਕਿੰਨਾ ਕੁ ਪੈਸਾ ਹੋਰ ਖਰਚ ਲੂਗਾ, ਨਵੇਂ ਪ੍ਰੋਜੈਕਟ ਕਿਵੇਂ ਲਾ ਲੂਗਾ ਉਹ। ਇਹ ਤਾਂ ਇਹ ਦੱਸਣ ਕਿ ਜੇ ਨਰਿੰਦਰ ਤੋਮਰ ਜੀ ਨੇ ਦੱਸਿਆ ਕਿ ਭਾਈ ਲੱਖਾਂ ਕਿਸਾਨ ਇੱਦਾਂ ਦੇ ਨੇ ਦੁੱਗਣੀ ਕਰ ਲਈ ਆਮਦਨ, ਤਾਂ ਉਹ ਕਿਸਾਨਾਂ ਨੂੰ, ਬਾਕੀ ਕਿਸਾਨਾਂ ਨੂੰ ਰਾਹ ਦਸੇਰਾ ਬਣ ਕੇ ਭੇਜਣ, ਬਣਾ ਕੇ ਭੇਜਣ ਕਿ ਇਹ ਤੁਹਾਡੇ ਰਾਹ ਦਸੇਰਾ ਨੇ, ਇਹ ਦੱਸਣਗੇ ਖੇਤੀ ਕਿਵੇਂ ਕਰਨੀ ਹੈ, ਪੈਸਾ ਨਹੀਂ ਖਰਚਣਾ, ਆਮਦਨ ਦੁੱਗਣੀ ਹੋਵੇ। ਤੇ ਕੌਣ ਨਹੀਂ ਚਾਹੂਗਾ। ਭਾਜਪਾ ਨੂੰ ਇੱਦਾਂ ਜੇ ਪ੍ਰੋਜੈਕਟ ਲੈ ਕੇ ਆਉਂਦੀ ਹੈ, ਉਹਨਾਂ ਲੋਕਾਂ, ਲੱਖਾਂ ਲੋਕ ਨੇ ਦੁੱਗਣੀ ਵਾਲੇ, ਆਮਦਨ ਵਾਲੇ, ਤੇ ਉਹ ਲੱਖਾਂ ਲੋਕ ਦੇਸ਼ 'ਚ ਨਹੀਂ ਜਾ ਸਕਦੇ, ਤੇ ਬੀਜੇਪੀ ਉਹਨਾਂ ਵਾਸਤੇ ਖਰਚ ਨਹੀਂ ਕਰ ਸਕਦੀ। ਉਹਨਾਂ ਨੂੰ ਭੇਜੇ, ਬੀਜੇਪੀ ਆਪਣੇ ਖਰਚੇ 'ਤੇ ਭੇਜ ਦੇਵੇ ਕਿ ਜਾਓ ਤੁਸੀਂ ਸੂਬਿਆਂ ਦੇ ਵਿੱਚ ਜਾਓ, ਜਾ ਕੇ ਲੋਕਾਂ ਨੂੰ ਦੱਸੋ, ਉਹਨਾਂ ਦੇ ਬਿਆਨ ਲਏ ਜਾਣ, ਉਹਨਾਂ ਦੇ ਇਸ਼ਤਿਹਾਰ ਬਣਾਏ ਜਾਣ, ਉਹਨਾਂ ਨੂੰ ਟੀਵੀ ਅੱਗੇ ਪੇਸ਼ ਕੀਤਾ ਜਾਵੇ, ਉਹ ਦੱਸਣ, ਉਹ ਆਪਣਾ ਮਾਡਲ ਦੱਸਣ ਆ ਕੇ। ਇਹ ਨਹੀਂ ਕਿ ਹਾਂ ਦੇਖੋ ਜੀ ਇਹਦੀ ਆਮਦਨ ਫੋਟੋ ਲਾ ਕੇ ਕਹਿਤਾ, ਨਾ ਇਹ ਨਹੀਂ। ਉਹ ਦੱਸਣ ਕਿ ਮੈਂ ਆਹ ਕੰਮ ਕੀਤਾ, ਮੇਰੀ ਆਹ ਇੱਦਾਂ ਦੁੱਗਣੀ ਹੋਈ ਆਮਦਨ। ਫਿਰ ਲੋਕ ਕੁਐਸਚਨ ਕਰਨਗੇ ਉਹਨਾਂ ਨੂੰ ਕਿ ਭਾਈ ਤੇਰੀ ਆਮਦਨ ਇੱਦਾਂ ਕਿੱਦਾਂ ਹੋ ਸਕਦਾ, ਕਿਉਂਕਿ ਸਾਰੇ ਮਾਹਰ ਨੇ, ਖੇਤੀ ਨਾਲ ਤਾਂ ਜੁੜੇ ਹੋਏ ਨੇ, ਉਹਨਾਂ ਨੂੰ ਪਤਾ ਹੋਊਗਾ ਕਿ ਜ਼ਮੀਨ 'ਚੋਂ ਆਹ ਚੀਜ਼ ਕਿਵੇਂ ਨਿਕਲੇ ਹੋਊਗੀ, ਇੱਦਾਂ ਕਿਵੇਂ ਹੋ ਜਾਊਗਾ, ਉਹ ਦੱਸਣਗੇ। ਫਿਰ ਜਿਹੜਾ ਰਾਹ ਦਸੇਰਾ ਬਣਾ ਕੇ ਬੀਜੇਪੀ ਨੇ ਭੇਜਿਆ ਹੋਊਗਾ, ਉਹ ਪੋਲ ਵੀ ਖੋਲੂਗਾ ਫਿਰ ਕੀ ਹੋਇਆ, ਕਿ ਸੱਚੀ ਮੁੱਚੀ ਆਮਦਨ ਦੁੱਗਣੀ ਹੋਈ ਜਾਂ ਉਹੀ ਰੌਲਾ ਹੀ ਪਾਇਆ ਜਾ ਰਿਹਾ। ਸੋ ਆਹ ਚੀਜ਼ਾਂ ਤੋਂ ਮੈਨੂੰ ਲੱਗਦਾ ਨਹੀਂ ਕਿ ਇੱਦਾਂ ਦਾ ਕੁਝ ਹੋਇਆ, ਕਿਉਂਕਿ ਕਿਸਾਨੀ ਖੁਦਕੁਸ਼ੀਆਂ ਕਿੰਨੀਆਂ ਕੁ ਘਟੀਆਂ ਹੋਣਗੀਆਂ, ਨਾ ਮਾਤਰ ਹੋਣਗੀਆਂ ਜੇ ਦੇਖਿਆ ਜਾਵੇ ਮੇਰੇ ਖਿਆਲ ਨਾਲ। ਕਿਉਂਕਿ ਕਰੋਨਾ ਕਾਲ ਦੇ ਵਿੱਚ ਕੋਈ ਇੰਨੇ ਬਹੁਤੇ ਨਾ ਤਾਂ ਖਰਚੇ ਸੀਗੇ, ਨਾ ਹੀ ਇੰਨਾ ਬਹੁਤਾ ਕੋਈ ਉਹ ਆਪਾਂ ਕਹਿ ਲਓ ਕਿ ਕਿਸਾਨ ਉਧਰਲੇ ਪਾਸੇ ਗਏ। ਇੱਕ ਸਾਲ ਤਾਂ ਉਹ ਆਪਣਾ ਕਿਸਾਨੀ ਸੰਘਰਸ਼ 'ਚ ਰਹੇ ਆ, ਤੇ ਬਾਕੀ ਜਿਹੜੀਆਂ ਫਸਲਾਂ ਵਗੈਰਾ ਹੋਈਆਂ ਸੀਗੀਆਂ ਉਹਨਾਂ 'ਤੇ ਵੀ ਕੋਈ ਬਹੁਤਾ ਜ਼ਿਆਦਾ ਖਰਚ ਇੱਦਾਂ ਨਹੀਂ ਹੋ ਪਾਇਆ, ਜਾਂ ਉਹਨਾਂ ਦੇ ਆਪਾਂ ਕਹਿ ਲਓ ਕਿ ਵਿਕਰੀ 'ਤੇ ਥੋੜ੍ਹਾ ਬਹੁਤਾ ਉਹਨਾਂ ਨੇ ਜਿਵੇਂ ਵੀ ਸਰਕਾਰਾਂ ਨੇ ਸਹਿਯੋਗ ਦਿੱਤਾ ਹੋਊਗਾ ਜਾਂ ਕੁਛ। ਕਰਜ਼ਾ ਤਾਰਨ ਤੱਕ ਤਾਂ ਨਹੀਂ ਕਹਿ ਸਕਦੇ ਕਿ ਉਹ ਆਪਣੇ ਪੈਰਾਂ ਸਿਰ ਹੋਏ ਹੋਣ, ਪਰ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਜਿਵੇਂ ਖਰਚ ਘਟੇ, ਆਣ ਜਾਣ ਘਟੇ, ਵਿਆਹ ਸ਼ਾਦੀਆਂ, ਜ਼ਿੰਮੇਵਾਰੀਆਂ ਦੇ ਜਿਹੜੇ ਘਟੇ ਨੇ, ਕਿਤੇ ਨਾ ਕਿਤੇ ਥੋੜ੍ਹਾ ਬਹੁਤ 1% 1.5% ਥੋੜ੍ਹਾ ਬਹੁਤਾ ਉਹਨਾਂ ਨੂੰ ਸਹਾਰਾ ਮਿਲਿਆ ਹੋਊਗਾ ਕਿ ਆਪਣੀ ਰੋਜ਼ੀ ਰੋਟੀ ਚੰਗੀ ਖਾਣ ਲੱਗੇ ਹੋਣਗੇ ਕਰੋਨਾ ਦੇ ਵਿੱਚ ਇੱਦਾਂ ਕਰਕੇ, ਕਿਉਂਕਿ ਸਾਰਾ ਕੁਝ ਬੰਦ ਸੀਗਾ। ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਜੇ ਆਪਾਂ ਕਹੀਏ ਕਿ ਕਰਜ਼ੇ ਦੇ ਮਾਰ 'ਚੋਂ ਨਿਕਲੇ ਕਿਸਾਨ, ਇੱਦਾਂ ਨਹੀਂ ਹੋ ਸਕਿਆ, ਇੱਦਾਂ ਨਹੀਂ ਹੋਇਆ। ਉਹ ਤਾਂ ਹੋਰ ਦਬ ਰਹੇ ਨੇ ਅੱਗੇ ਜਾ ਕੇ। ਹੁਣ ਮਹਿੰਗਾਈ ਦੁੱਗਣੀ ਹੋ ਗਈ, MSP ਮਿਲ ਨਹੀਂ ਰਹੀ, ਆ ਮੂੰਗੀ ਨੇ ਹੋਰ ਲੱਕ ਤੋੜਤਾ ਪੰਜਾਬ ਦੇ ਕਿਸਾਨਾਂ ਦਾ ਜੀ। ਸੋ ਇਹ ਗਲਤ ਬਿਆਨਬਾਜ਼ੀ ਹੈ, ਇੱਦਾਂ ਦੀ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਹੋਇਆ ਹੋਊਗਾ ਜੀ। ਪਰਮਿੰਦਰ ਜੀ, ਬਿਆਨ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵੀ ਦਿੱਤਾ ਗਿਆ। ਉਹ ਕਹਿੰਦੇ ਨੇ, ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜਿਹੜੀ ਅਪੀਲ ਕੀਤੀ ਹੈ ਸਿਆਸੀ ਲੀਡਰਾਂ ਤੋਂ, ਸਿਆਸੀ ਪਾਰਟੀਆਂ ਤੋਂ। ਉਹ ਕਹਿੰਦੇ ਨੇ ਕਿ ਜਿਹੜੇ ਵੀ ਸਿਆਸੀ ਲੀਡਰ ਜਾਂ ਸਿਆਸੀ ਪਾਰਟੀ ਚੋਣਾਂ ਦੇ ਵੇਲੇ ਤੁਹਾਨੂੰ ਮੁਫਤ ਦਾ ਐਲਾਨ ਦਿੰਦੇ ਨੇ, ਜਾਂ ਮੁਫਤ ਕਹਿੰਦੇ ਨੇ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਤੁਹਾਨੂੰ ਇਹ ਚੀਜ਼ ਮੁਫਤ ਦੇ ਦਿਆਂਗੇ, ਉਹ ਕਹਿੰਦੇ ਨੇ ਕਿ ਇਹ ਚੀਜ਼ਾਂ ਦੇਸ਼ ਦੇ ਵਿਕਾਸ ਅਤੇ ਆਮ ਲੋਕਾਂ ਦੇ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਨੇ। ਕਿਵੇਂ ਦੇਖਦੇ ਉਹਨਾਂ ਦੇ ਬਿਆਨ ਨੂੰ? ਦੇਖੋ, ਜਿੱਥੇ ਕਿਤੇ ਵਿਰੋਧੀ ਪਾਰਟੀਆਂ ਜਿਹੜੀਆਂ ਬੀਜੇਪੀ ਦੀਆਂ ਵਿਰੋਧੀ ਨੇ, ਜਦੋਂ ਉਹ ਇੱਦਾਂ ਦੇ ਐਲਾਨ ਕਰਦੀਆਂ ਨੇ, ਜਿਵੇਂ ਪੰਜਾਬ ਦੇ ਵਿੱਚ ਕਹਿਤਾ ਕਿ ਬਿਜਲੀ ਫਰੀ ਦੇ ਦਾਂਗੇ, ਆਟਾ ਦੇਵਾਂਗੇ ਜੀ, ਦਾਲ ਦੇਵਾਂਗੇ ਜੀ, ਜਾਂ ਪਹਿਲਾਂ ਵੀ ਦਿੰਦੇ ਰਹੇ ਆ, ਹੋਰ ਵੀ ਦੇ ਦਾਂਗੇ, ਸ਼ਗਨ ਸਕੀਮ ਵਗੈਰਾ ਜਾਂ ਹੋਰ ਇੱਦਾਂ ਸਕੀਮਾਂ ਨੇ। ਤੇ ਉਹ ਚੀਜ਼ਾਂ ਦੇ ਜਦੋਂ ਕੋਈ ਭਾਜਪਾ ਦੇ ਵਿਰੁੱਧ ਹੈ ਨਾ, ਹੁਣ ਪੰਜਾਬ 'ਚ ਸਰਕਾਰ ਭਾਜਪਾ ਦੀ ਵਿਰੋਧੀ ਹੈ ਪਾਰਟੀ ਆ, ਉਹਦੀ ਸਰਕਾਰ ਹੈ, ਤਾਂ ਜਿੱਥੇ ਕਿਤੇ ਵੀ ਇੱਦਾਂ ਦੀ ਸਰਕਾਰ ਹੈਗੀ ਹੈ, ਉੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇੱਦਾਂ ਦਾ ਬਿਆਨ ਦਿੰਦੇ ਨੇ। ਪਰ ਜੇ ਕਿਤੇ ਉੱਤਰ ਪ੍ਰਦੇਸ਼ ਵਰਗਿਆਂ ਦੀ ਗੱਲ ਕਰੀ ਜਾਵੇ, ਹੁਣ ਆਹ ਲੈਪਟਾਪ
ਵੰਡਣਾ ਫ੍ਰੀ ਦਿੱਤਾ ਜਾਊਗਾ ਜੀ 10ਵੀਂ 12ਵੀਂ ਦੇ ਬੱਚਿਆਂ ਨੂੰ। ਉਹ ਤਾਂ ਯੋਗੀ ਦਾ ਐਲਾਨ ਆ। ਉੱਥੇ ਨਹੀਂ ਮੁਫਤ ਦੀਆਂ ਰਿਓੜੀਆਂ ਹੈਗੀਆਂ, ਉੱਥੇ ਹੋਰ ਵੀ ਆ। ਮੇਰੇ ਖਿਆਲ ਬਿਜਲੀ ਦਾ ਵੀ ਹੈਗਾ ਸ਼ਾਇਦ। ਅਤੇ ਮਤਲਬ ਆਪਾਂ ਕਹਿ ਲਓ ਕਿ ਪੰਜਾਬ ਦੀ ਤਰਜ਼ 'ਤੇ ਜਾਂ ਹੋਰਨਾਂ ਸੂਬਿਆਂ ਦੀ ਤਰਜ਼ ਦੇ ਉੱਤੇ ਯੂਪੀ ਦੇ ਵਿੱਚ ਤਾਂ ਬੀਜੇਪੀ ਦੇ ਆਪਦੇ ਹਮਾਇਤੀ, ਆਪਦੀ ਪਾਰਟੀ ਉਹਨਾਂ ਨੇ ਚਾਹੇ 1 ਐਲਾਨ ਕਰਿਆ ਫ੍ਰੀ, ਚਾਹੇ 2 ਕਰੇ, ਚਾਹੇ 5 ਕਰੇ, ਕੀਤੇ ਤਾਂ ਹੈਗੇ ਆ। ਉੱਥੇ ਨਹੀਂ ਮੁਫਤ ਦੀਆਂ ਰਿਓੜੀਆਂ। ਜਿਹੜਾ ਕਹਿ ਰਿਹਾ ਕਿ ਜੇ ਮੁਫਤ ਦੀਆਂ ਰਿਓੜੀਆਂ ਇੱਦਾਂ ਕੋਈ ਵੰਡਦਾ, ਉਹ ਨਾ ਤੁਹਾਨੂੰ ਹਾਈਵੇ ਦੇ ਸਕਦਾ ਚੰਗੇ, ਨਾ ਏਅਰਪੋਰਟ ਦੇ ਸਕਦਾ। ਪਰ ਜੋਗੀ ਜੀ ਵੀ ਕੁਐਸਚਨ 'ਤੇ ਘੇਰੇ 'ਚ ਆਉਂਦੇ ਨਾ, ਸਵਾਲਾਂ ਦੇ ਘੇਰੇ 'ਚ ਆਉਂਦੇ ਆ। ਅਤੇ ਉੱਥੇ ਕੀ ਆ ਫਿਰ ਉਹਨਾਂ ਨੂੰ ਕਿਉਂ ਲਾਇਆ ਤੁਸੀਂ? ਉਹ ਤਾਂ ਤੁਹਾਡੀ ਪਾਰਟੀ 'ਤੇ ਉਹਨਾਂ ਨੂੰ ਵੀ ਹਟਾਓ। ਉਹ 18 ਕਰੋੜ ਪਤਾ ਨਹੀਂ ਕਿੰਨੇ ਇੱਦਾਂ ਉਹਨਾਂ ਨੇ ਬਜਟ ਦੇ ਵਿੱਚ ਰੱਖਿਆ ਸੀਗਾ ਕਿ ਲੈਪਟਾਪ ਵੰਡਣ ਦੇ ਜਿਹੜੇ ਹੈ ਸੀ ਉਹ 10ਵੀਂ ਤੇ 12ਵੀਂ ਦੇ ਬੱਚਿਆਂ ਨੂੰ। ਅਤੇ ਉਹ ਚੀਜ਼ ਉਹ ਮੁਫਤ ਦੀਆਂ ਰਿਓੜੀਆਂ ਨਹੀਂ ਹੈਗੀਆਂ ਕਿ ਉਹ ਭਾਜਪਾ ਇਸ ਕਰਕੇ ਮੁਫਤ ਦੀਆਂ ਰਿਓੜੀਆਂ ਨਹੀਂ ਹੈਗੀਆਂ। ਅਤੇ ਬਾਕੀਆਂ ਨੂੰ ਮੈਂ ਇਸ ਗੱਲ ਦੇ ਤਾਂ ਅਸੀਂ ਚਲੋ ਵਿਰੁੱਧ ਵੀ ਹੈਗੇ ਹਾਂ ਕਿ ਰੁਜ਼ਗਾਰ ਦੇਣ ਦੀ ਬਜਾਏ ਤੁਸੀਂ ਜਿਵੇਂ ਆਟਾ ਦੇਤਾ ਜਾਂ ਹੋਰ ਇੱਦਾਂ, ਇਸ ਗੱਲ ਨੂੰ ਮੈਂ ਨਹੀਂ ਕਹਿੰਦਾ ਕਿ ਦੇਣਾ ਚੰਗਾ ਆ। ਪਰ ਜੇ ਬੇਸਿਕ ਸਿੱਖਿਆ ਖਾਸ ਕਰਕੇ ਜਿਹੜਾ ਅਧਿਕਾਰ ਹੈ, ਬੇਸਿਕ ਅਧਿਕਾਰ ਹੈ ਸਾਡਾ, ਜੇ ਸਿੱਖਿਆ ਫ੍ਰੀ ਕਰਦੀ ਜਾਂਦੀ ਹੈ ਅਤੇ ਸਿਹਤ ਸਹੂਲਤਾਵਾਂ ਫ੍ਰੀ ਕਰਦੀਆਂ ਜਾਣ ਸਾਰੇ ਸੂਬਿਆਂ ਦੇ ਵਿੱਚ, ਇਹ ਕੋਈ ਮੁਫਤ ਰਿਓੜੀਆਂ ਥੋੜ੍ਹੀ ਨੇ। ਇਹ ਤਾਂ ਹੱਕ ਹੈ। ਇੱਕ ਰੁਜ਼ਗਾਰ ਹੋ ਗਿਆ, 3 ਚੀਜ਼ਾਂ ਦੇ ਦਿਓ, ਬਾਕੀ ਚਾਹੇ ਨਾ ਦਿਓ। ਇਹਨਾਂ ਨੂੰ ਤੁਸੀਂ ਮੁਫਤ ਦੀਆਂ ਰਿਓੜੀਆਂ ਨਹੀਂ ਕਹਿ ਸਕਦੇ। ਇਹਨਾਂ ਨਾਲ ਵੱਡੇ ਹਾਈਵੇ ਜਾਂ ਏਅਰਪੋਰਟਾਂ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਤੋਂ ਬਿਨਾਂ ਸਰ ਜੂਗਾ। ਰੁਜ਼ਗਾਰ ਦਿਓ ਜੀ, ਸਿਹਤ ਸਿੱਖਿਆ ਦਿਓ, 2 ਚੀਜ਼ਾਂ ਦੇ ਦਿਓ। ਇਹ ਤਾਂ ਲੋਕ ਆਪ ਵੀ ਬਣਾ ਲੈਂਦੇ ਨੇ। ਬਥੇਰੇ ਥਾਂ ਦੇਖਿਆ ਕਿ ਲੋਕ ਆਪਸ ਵਿੱਚ ਪੈਸੇ ਇਕੱਠੇ ਕਰਕੇ ਮੁਹੱਲਿਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਗਲੀਆਂ ਵੱਡੀਆਂ ਬਣਾ ਦਿੰਦੇ ਨੇ। ਠੀਕ ਆ, ਆਪਾਂ ਪੁਲ ਬਣਦੇ ਦੇਖੇ ਨੇ। ਬਹੁਤ ਸਾਰੇ ਧਾਰਮਿਕ ਆਗੂ ਐਡੇ ਪੈਸੇ ਵਾਲੇ ਬੈਠੇ ਨੇ, ਉਹਨਾਂ ਨੂੰ ਕਹਿ ਦਿਓ ਹਾਈਵੇ ਬਣਾ ਦੇਣਗੇ। ਉਹਨਾਂ ਕੋਲ ਵਾਧੂ ਪੈਸਾ ਹੈ, ਅੰਨਾ ਪੈਸਾ ਉਹਨਾਂ ਕੋਲ ਜੀ। ਐਡੇ ਡੇਰੇ ਚੱਲਦੇ ਨੇ, ਤੁਹਾਡੇ ਵੋਟ ਬੈਂਕ ਵੀ ਹੈਗਾ। ਤੁਸੀਂ ਵਾਹਵਾ ਖਟਾ ਦਿਓ ਉਹਨਾਂ ਨੂੰ। ਤੁਸੀਂ ਕਹਿ ਦਿਓ ਵੀ ਆਹ ਡੇਰੇ ਚੱਲਦੇ ਜੀ, ਆਹ ਸਾਡਾ ਡੇਰੇ ਦਾ ਇਹਨੇ ਸਾਡੀ ਹੈਲਪ ਕੀਤੀ, ਆਹ ਸੜਕ ਬਣਾਤੀ 100 ਕਿਲੋਮੀਟਰ 200 ਕਿਲੋਮੀਟਰ ਬਣਾਤੀ ਨੇ, ਨੈਸ਼ਨਲ ਹਾਈਵੇ ਬਣਾ ਦੇਣਗੇ। ਉਹਨਾਂ ਕੋਲ ਪੈਸੇ ਦੀ ਘਾਟ ਹੈ। ਤੁਸੀਂ ਫ੍ਰੀ ਸਿੱਖਿਆ, ਸਿਹਤ ਸਹੂਲਤਾਵਾਂ ਅਤੇ ਰੁਜ਼ਗਾਰ ਦੇ ਦਿਓ ਬਸ। ਆਟਾ ਵੀ ਆਪ ਖਰੀਦ ਲੈਣਗੇ, ਉਹ ਦਾਲਾਂ ਵੀ ਲੈ ਲੈਣਗੇ, ਬਿਜਲੀ ਦੇ ਬਿੱਲ ਵੀ ਭਰ ਦੇਣਗੇ, ਲੈਪਟਾਪ ਵੀ ਖਰੀਦ ਲੈਣਗੇ, ਸਾਰਾ ਕੁਝ ਲੈ ਲੈਣਗੇ, ਫੋਨ ਵੀ ਖਰੀਦ ਲੈਣਗੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ। ਸੋ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਸਿਰਫ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਵੀ ਅਸੀਂ ਆਪਣੀ ਪਾਰਟੀ ਦੂਜੇ ਪਾਰਟੀਆਂ ਨੂੰ ਨੀਵਾਂ ਦਿਖਾਉਣ ਵਾਸਤੇ ਮੁਫਤ ਦੀਆਂ ਰਿਓੜੀਆਂ ਕਿਹਾ ਜਾ ਰਿਹਾ। ਵੰਡ ਤਾਂ ਇਹਨਾਂ ਦੇ ਵੀ ਰਹੇ ਨੇ। ਜੇ ਤੁਸੀਂ ਐਲਾਨ ਕਿਹੜਾ ਨਹੀਂ ਕਰੇ ਸੀ, ਪੰਜਾਬ ਦੇ ਵਿੱਚ ਵੀ ਐਲਾਨ ਕਰੀਏ, ਬਾਕੀ ਥਾਵਾਂ 'ਤੇ ਵੀ ਕੀਤਾ ਹੈ। ਤੁਸੀਂ ਤਾਂ ਜਦੋਂ ਗੱਲ ਚੱਲਦੀ ਹੈ ਤਾਂ ਤੁਸੀਂ ਤਾਂ ਇਹ ਵੀ ਕਹਿਤਾ ਸੀ ਕਥਿਤ ਤੌਰ 'ਤੇ ਸ਼ਬਦ ਹੈ ਦਲਿਤ, ਉਹਨੂੰ ਅਸੀਂ ਮੁੱਖ ਮੰਤਰੀ ਬਣਾ ਦਾਂਗੇ। ਅਤੇ ਉਹ ਕੀ ਸੀਗਾ? ਉਹ ਅੱਜ ਤੱਕ ਪ੍ਰਧਾਨ ਤਾਂ ਬਣਾਇਆ ਨਹੀਂ ਕਦੇ ਕਿਸੇ ਨੇ। ਸੋ ਆਹ ਗੱਲਾਂ ਨੇ, ਸਿਰਫ ਗੱਲਾਂ ਨੇ। ਜਿਵੇਂ ਕਹਿ ਸਕਦੇ ਕਿ ਵੱਡੀਆਂ ਰੈਲੀਆਂ ਦੇ ਵਿੱਚ ਸਾਰੇ ਹੀ ਕਰਦੇ ਨੇ, ਅਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਰਤੀ ਤਾਂ ਕਿੱਡੀ ਗੱਲ ਹੈ। ਪਹਿਲਾਂ ਵੀ ਬਥੇਰੇ ਉਹ ਚੁਟਕਲੇ ਜਾਂ ਜੂਮਲੇ ਛੱਡਦੇ ਹੁੰਦੇ ਨੇ ਜੀ। ਉਹ ਇਹ ਚੱਲਦਾ ਰਹਿੰਦਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ ਜਾਂ ਐਲਾਨ ਹੋਣਗੇ ਜੀ। ਪਰਮਿੰਦਰ ਜੀ, ਸਿਮਰਜੀਤ ਸਿੰਘ ਮਾਨ ਨਵੇਂ MP ਬਣੇ ਨੇ ਅਤੇ ਕਈ ਨਵੇਂ ਵਿਵਾਦ ਉਹਨਾਂ ਦੇ ਨਾਲ ਦਿਨੋਂ ਦਿਨ ਜੁੜਦੇ ਜਾ ਰਹੇ ਨੇ। ਖਾਸ ਤੌਰ 'ਤੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ, ਉਸ ਨੂੰ ਲੈ ਕੇ ਚਾਰੋਂ ਪਾਸੋਂ ਸਿਮਰਜੀਤ ਸਿੰਘ ਮਾਨ ਘਿਰਦੇ ਹੋਏ ਨਜ਼ਰ ਆ ਰਹੇ ਨੇ। ਪਰ ਹੁਣ ਲੱਗਦਾ ਕਿ ਸਿਮਰਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ, ਕਿਉਂਕਿ ਕਾਂਗਰਸੀ MP ਰਵਨੀਤ ਸਿੰਘ ਬਿੱਟੂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਜੋ ਭਗਤ ਸਿੰਘ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ, ਉਸ ਦੇ ਚੱਲਦਿਆਂ ਸਿਮਰਜੀਤ ਸਿੰਘ ਮਾਨ ਦੇ ਉੱਪਰ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਦੇਖੋ, ਆਪਾਂ ਇੱਕ ਗੱਲ ਤਾਂ ਇਹ ਕਹਿਣੀ ਇੱਥੇ ਵਾਜਬੀ ਸਮਝਦੇ ਹਾਂ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਉਣ ਵਾਲੇ ਬੰਦਿਆਂ ਨੂੰ ਤੁਸੀਂ ਆਪਾਂ ਮਾੜਾ ਨਹੀਂ ਕਹਿ ਸਕਦੇ। ਠੀਕ ਹੈ, ਕਮਜ਼ੋਰੀਆਂ ਆਪਾਂ ਕਹਿ ਲਓ ਜਾਂ ਕਮੀਆਂ ਹਰੇਕ ਇਨਸਾਨ 'ਚ ਹੁੰਦੀਆਂ ਨੇ, ਹੋਣਗੀਆਂ ਵੀ। ਕੋਈ ਪਰਿਪੂਰਨ ਕਹਿ ਲਓ, ਸੰਪੂਰਨ ਨਹੀਂ ਹੁੰਦਾ ਹੈਗਾ। ਕਮੀਆਂ ਹੋ ਜਾਂਦੀਆਂ ਨੇ। ਉਹਨਾਂ ਕਮੀਆਂ ਨੂੰ ਜੇ ਕੋਈ ਚੰਗੇ ਕੰਮ, ਜੇ 100 ਦੇ ਵਿੱਚੋਂ ਜੇ ਕੋਈ 95 ਕੰਮ ਚੰਗੇ ਕਰ ਰਿਹਾ ਹੁੰਦਾ, 5 ਕੰਮ ਛੋਟੇ-ਮੋਟੇ ਛੋਟੀਆਂ ਗਲਤੀਆਂ ਨਾਲ ਵਿਗੜ ਜਾਂਦੇ ਆ ਜਾਂ ਵਿਗਾੜ ਲਏ ਹੁੰਦੇ ਬੰਦੇ ਨੇ ਛੋਟੀਆਂ ਗਲਤੀਆਂ ਕਰਕੇ, ਜਾਂ ਛੋਟੀਆਂ ਗਲਤੀਆਂ ਕਰ ਲੈਂਦਾ, ਤਾਂ ਉਹ 95 ਕੰਮਾਂ ਨੂੰ ਵਿਸਾਰਿਆ ਨਹੀਂ ਜਾ ਸਕਦਾ। ਇੱਦਾਂ ਕਹਿ ਕੇ ਉਹ 95 ਕੰਮ ਇਗਨੋਰ ਨਹੀਂ ਕਰੇ ਜਾ ਸਕਦੇ, ਅਣਗੌਲੇ ਨਹੀਂ ਕੀਤੇ ਜਾ ਸਕਦੇ। ਸੋ ਆਹੀ ਗੱਲ ਨਾਲੇ ਤਾਂ ਬੜੇ ਸਾਰੇ ਕੁਐਸਚਨ ਉੱਠਦੇ ਨੇ। ਚਲੋ ਇੱਦਾਂ
ਸ਼ਹੀਦਾਂ ਨੂੰ ਕਹਿਣਾ ਜਾਂ ਇੱਦਾਂ ਜਿਹੜੇ ਆਜ਼ਾਦੀ ਦੇ ਲਈ ਲੜੇ ਨੇ ਉਹਨਾਂ ਨੂੰ ਮਾੜਾ ਕਹਿਣਾ, ਮੇਰੇ ਖਿਆਲ ਨਾਲ ਮਾੜਾ ਕਹਿਣਾ ਚੰਗਾ ਹੀ ਨਹੀਂ ਹੈਗਾ। ਦੂਜੇ ਪਾਸੇ ਜਿਹੜੀ ਰਵਨੀਤ ਬਿੱਟੂ ਦੀ ਗੱਲ ਆਈ ਹੈ ਕਿ ਉਹਨਾਂ ਨੇ ਮੰਗ ਕਰੀ ਹੈ ਜੀ ਇਹ ਹੈ ਉਹ ਦੇਖੋ ਕਾਂਗਰਸੀ ਤਾਂ ਬਿਆਨਬਾਜ਼ੀ ਕਰਦੇ ਰਹਿੰਦੇ ਆ। ਜੇ ਗੱਲ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਦੀ ਹੈ, ਤੁਸੀਂ ਸਿੱਧੇ ਡਾਇਰੈਕਟ ਤੌਰ ਤੇ ਐਪਲੀਕੇਸ਼ਨ ਦੇ ਕੇ ਦਰਜ ਕਰਵਾਓ। ਬਿਆਨ ਦੇਣ ਦੀ ਕਿਹੜੀ ਲੋੜ ਹੈ? ਜੋ ਗੱਲ ਕਰਨੀ ਹੈ ਜਾ ਕੇ ਕੋਰਟ ਦੇ ਵਿੱਚ ਕਰ ਲਓ, ਤੁਹਾਨੂੰ ਮਨਾ ਕਿਹਨੇ ਕੀਤਾ? ਉਹ ਵੀ ਐਮਪੀ ਨੇ, ਰਵਨੀਤ ਸਿੰਘ ਬਿੱਟੂ ਖੁਦ ਵੀ ਐਮਪੀ ਨੇ। ਹਾਂ, ਉਹ ਗੱਲ ਕਰਨ ਨਾ ਸਿੱਧਾ ਜਾ ਕੇ ਕੋਰਟ ਦੇ ਵਿੱਚ। ਜੇ ਹੁਣ ਜ਼ਿਆਦਾ ਤੁਹਾਡੇ ਤੇ ਜੇ ਕੋਈ ਇਦਾਂ ਕੋਈ ਇਲਜ਼ਾਮ ਲਾਉਂਦਾ, ਤੁਸੀਂ ਕਿਹੜਾ ਬਿਆਨ ਦੇ ਕੇ ਸਾਰ ਦਿੰਦੇ? ਤੁਸੀਂ ਜਾ ਕੇ ਮਾਣਹਾਨੀ ਦਾ, ਡੈਫਾਮੇਸ਼ਨ ਦਾ ਕੇਸ ਪਾਉਣਾ ਸੀ, ਮਿੰਟ ਨੋਟਿਸ ਭੇਜ ਦਿੰਦੇ ਜੀ। ਤੋ ਆਹ ਗੱਲ ਜਿਹੜੀ ਹੈਗੀ ਨੋਟਿਸ ਭੇਜੋ। ਜੇ ਤੁਹਾਨੂੰ ਲੱਗਦਾ ਕਿ ਇਹਦੇ 'ਚ ਕਮੀਆਂ ਨੇ, ਤੁਸੀਂ ਵੀ ਗੱਲ ਕਰੋ ਉਹਨਾਂ ਨਾਲ ਬੈਠ ਕੇ ਤੇ ਨੋਟਿਸ ਭੇਜ ਸਕਦੇ ਹੋ। ਤੁਸੀਂ ਕਰਵਾ ਦਿਓ, ਮੁਕੱਦਮਾ ਦਰਜ ਕਰਾਉਣਾ ਹੈ ਤੇ ਇਹ ਤਾਂ ਦੇਸ਼ ਵਾਸਤੇ ਹੈ। ਜੇ ਕੋਈ ਗੱਲ ਕਰਨੀ ਲੱਗਦੀ ਹੈ ਤੁਹਾਨੂੰ ਕੋਈ ਗਲਤ ਹੋ ਰਹੀ ਹੈ ਇਹ ਤਾਂ ਜੇ ਤੁਹਾਡੇ ਨਾਲ ਹੋਊਗੀ ਤਾਂ ਤੁਸੀਂ ਵੀ ਤਾਂ ਜਾਂਦੇ ਹੋ ਕੋਰਟ, ਪੁਲਿਸ ਕੋਲ ਵੀ ਜਾਂਦੇ ਹੋ। ਤੇ ਜੇ ਤੁਹਾਡੇ ਬਰਾਬਰ ਦਾ ਕੋਈ ਬੰਦਾ ਐਮਪੀ ਹੈਗਾ, ਜੋ ਪ੍ਰੋਸੈਸ ਬਣਦਾ ਤੁਹਾਨੂੰ ਲੱਗਦਾ ਕਿ ਇਹ ਚੀਜ਼ ਗਲਤ ਹੋ ਰਹੀ ਹੈ ਤੇ ਤੁਸੀਂ ਜਾ ਸਕਦੇ ਹੋ ਕੋਰਟ, ਤੁਹਾਨੂੰ ਵੀ ਜਾਣ ਦਾ ਹੱਕ ਹੈਗਾ। ਤੇ ਜਾਂ ਫਿਰ ਹੁਣ ਲੋਕਾਂ ਨੂੰ ਨਾ ਆਵਾਜ਼ ਮਾਰੋ ਕਿ ਹਰ ਇੱਕ ਕੰਮ ਲੋਕ ਹੀ ਕਰਨ, ਆਪ ਸਾਰੇ ਅੰਦਰ ਵੜ ਕੇ ਬੈਠ ਜਾਂਦੇ ਨੇ, ਬਾਕੀ ਲੋਕਾਂ ਨੂੰ ਅੱਗੇ ਕਰ ਦਿੰਦੇ ਨੇ। ਸੋ ਉਹ ਚੀਜ਼ਾਂ ਤੋਂ ਥੋੜਾ ਗਰੇਜ ਕਰਨਾ ਚਾਹੀਦਾ। ਜੇ ਲੱਗਦਾ ਕਿ ਭਗਤ ਸਿੰਘ ਬਾਰੇ ਗਲਤ ਤੁਹਾਨੂੰ ਲੱਗ ਰਿਹਾ ਕਿ ਗਲਤ ਬੋਲਿਆ ਜਾ ਰਿਹਾ ਤੇ ਗਲਤ ਹੈ, ਬਾਕੀ ਤਾਂ ਸਾਰੇ ਬੋਲ ਰਹੇ ਨੇ, ਚਲੋ ਲੋਕ ਤਾਂ ਆਮ ਬੋਲਦੇ ਰਹਿੰਦੇ ਨੇ, ਸੋਸ਼ਲ ਮੀਡੀਆ ਤੇ ਬੋਲਦੇ ਹੀ ਨੇ, ਹਰ ਇੱਕ ਦਾ ਹੱਕ ਬਣਦਾ ਇੱਕ ਦੂਜੇ ਪ੍ਰਤੀ ਤਰਕ ਕਰਨਾ। ਪਰ ਜੇ ਗੱਲ ਕਰਦੇ ਹੋ ਕਿ ਹਾਂ ਤੁਸੀਂ ਬਹੁਤ ਜ਼ਿਆਦਾ ਸਾਰਿਆਂ ਨਾਲੋਂ ਵੱਡੇ ਸੁਹਿਰਦ ਬਣਦੇ ਹੋ ਤੇ ਕਰਾ ਦਿਓ, ਉਹ ਵੀ ਜਵਾਬ ਦੇ ਤਾਂ ਅਗਲੇ ਹੋਣਗੇ ਹੀ ਨਾ। ਸੋ ਇਹ ਬਿਆਨਬਾਜ਼ੀ ਤੋਂ ਗੁਰੇਜ਼ ਕਰੋ। ਬਿਆਨਬਾਜ਼ੀ ਨੇ ਹੀ ਸਾਰਾ ਕੁਝ ਅੱਗੇ ਮਾਹੌਲ ਖਰਾਬ ਕਰ ਦੇਣਾ। ਪੰਜਾਬ ਇੱਕ ਸ਼ਾਂਤਮਈ ਸੂਬਾ ਹੈਗਾ, ਇਹਦਾ ਮਾਹੌਲ ਨਾ ਖਰਾਬ ਕਰਿਆ ਜਾਵੇ। ਜੀ ਪਰਮਿੰਦਰ ਜੀ, ਆਖਰੀ ਖਬਰ ਅੱਜ ਦੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਆਏ ਦਿਨ ਨਵੇਂ ਫੈਸਲੇ ਲੈਂਦੀ ਰਹਿੰਦੀ ਹੈ, ਉਹਨਾਂ ਦੇ ਵੱਲੋਂ ਹੁਣ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਫੈਸਲਾ ਲਿੱਤਾ ਗਿਆ ਹੈ। ਫੈਸਲੇ ਤੁਸੀਂ ਵੀ ਜਾਣਦੇ ਹੋ ਤੇ ਜਾਣਨਾ ਚਾਹਾਂਗੇ ਕਿ ਜਿਹੜੇ ਫੈਸਲੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਿੱਤੇ ਗਏ ਆ, ਇਹ ਕਿੰਨੇ ਕੁ ਕਾਰਗਰ ਅਤੇ ਕਿੰਨੇ ਕੁ ਫਾਇਦੇਮੰਦ ਸੂਬੇ ਦੇ ਲਈ ਅਤੇ ਸੂਬੇ ਦੇ ਲੋਕਾਂ ਦੇ ਲਈ ਹੋ ਸਕਦੇ ਨੇ? ਦੇਖੋ, ਟ੍ਰੈਫਿਕ ਵਿੱਚ ਸੁਧਾਰ ਤਾਂ ਬਹੁਤ ਜ਼ਰੂਰੀ ਚੀਜ਼ ਹੈ। ਅਣਾਈ ਮੌਤ ਜਿਹੜੇ ਹੈਗੇ ਲੋਕ ਮਰਦੇ ਆ, ਅੰਨਿਆਂ ਵਾਂਗੂ ਲੋਕ ਤੁਰੇ ਫਿਰਦੇ ਆ। ਇੱਕ ਤਾਂ ਨਾ ਤਾਂ ਕਿਸੇ ਨੂੰ ਕੰਮ ਹੁੰਦਾ ਬਹੁਤ ਜ਼ਿਆਦਾ, ਸਗੋਂ ਜਿਨ੍ਹਾਂ ਨੂੰ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਵੀ ਰਸਤਾ ਨਹੀਂ ਮਿਲਦਾ ਕਈ ਵਾਰ, ਇੱਥੋਂ ਤੱਕ ਕਿ ਐਂਬੂਲੈਂਸ ਨੂੰ ਰਾਹ ਨਹੀਂ ਮਿਲਦਾ ਹੈਗਾ। ਇਹਦੇ ਤੇ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੇ ਐਂਬੂਲੈਂਸ ਖੜੀ ਹੌਰਨ ਮਾਰੀ ਜਾਂਦੀ ਆ, ਪੁਲਿਸ ਵਾਲੇ ਟ੍ਰੈਫਿਕ ਵਾਲੇ ਖੜੇ ਰਹਿੰਦੇ ਨੇ, ਦੇਖੀ ਜਾਂਦੇ ਨੇ ਆਲੇ ਦੁਆਲੇ ਵੀ ਲਾਲ ਰੈੱਡ ਲਾਈਟ ਹੈਗੀ ਹੈ, ਗ੍ਰੀਨ ਹੋਊਗੀ, ਲੰਘ ਜਾਊਗਾ ਬੰਦਾ ਆਪੇ ਹੌਰਨ ਮਾਰ ਕੇ, ਤੇ ਨਾ ਉਹ ਟ੍ਰੈਫਿਕ ਨੂੰ ਅੱਗੇ ਰੋਕ ਕੇ ਦੂਜੇ ਪਾਸੇ ਚਲਾਉਂਦੇ ਨੇ। ਇਹ ਜਿੱਥੇ ਕਿਤੇ ਐਂਬੂਲੈਂਸ ਫਸਦੀ ਹੈ ਉੱਥੇ ਜਿਹਨਾਂ ਵਾਹਨਾਂ ਕਰਕੇ ਫਸੀ ਉਹਨਾਂ ਤੇ ਜਿਨ੍ਹਾਂ ਦੀ ਡਿਊਟੀ ਆ ਉੱਥੋਂ ਦੇ ਟ੍ਰੈਫਿਕ ਆਫੀਸਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਮੁਲਾਜ਼ਮਾਂ ਦੇ ਤਾਂ ਹੋਣੀ ਚਾਹੀਦੀ, ਆਫੀਸਰ ਦੇ ਉੱਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਜੀ। ਇਹ ਇੱਦਾਂ ਦੇ ਨਿਯਮ ਬਣਨੇ ਚਾਹੀਦੇ ਨੇ। ਚਲੋ ਦੇਰ ਆਏ ਦਰੁਸਤ ਆਏ, ਕਿਤੇ ਨਾ ਕਿਤੇ ਲੱਗਦਾ ਕਿ ਸੁਧਾਰ ਹੋ ਸਕਦਾ ਜੇ ਵੱਡੇ ਜੁਰਮਾਨੇ ਰੱਖੇ ਜਾਣਗੇ, ਜਿੱਦਾਂ ਰੱਖੇ ਹੋਏ ਆ। ਓਵਰ ਸਪੀਡ ਦਾ ਰੱਖਤਾ, ਮੋਬਾਈਲ ਸੁਣਨ ਦਾ 5 ਤੋਂ 10,000 ਰੁਪਇਆ ਰੱਖਦਾ, ਓਵਰ ਸਪੀਡ ਦਾ ਰੱਖਤਾ 1000 ਰੁਪਇਆ, ਤੇ ਨਾਲ ਕਾਰ ਸੇਵਾ ਵੀ ਸ਼ੁਰੂ ਕਰਵਾਤੀ ਹੈ। ਇਹ ਕਾਰ ਸੇਵਾ ਜਿੱਦਾਂ ਇੱਕ ਤਾਂ ਖੂਨਦਾਨ, ਚਲੋ ਇਹਦਾ ਹੈ ਹੀ ਹੈ, ਮਾਨਵਤਾ ਦੇ ਲਈ ਵੱਡਾ ਕਹਿ ਲਓ ਦਾਨ ਹੈ ਇਹ ਖੂਨਦਾਨ ਕਰਨਾ। ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਮਰੀਜ਼ਾਂ ਦੀ ਸੇਵਾ, ਸਾਫ਼ ਸਫਾਈ ਜਾਂ ਹੋਰ ਕਰਨਾ ਪਿਆ ਕਰੂਗਾ। ਤੇ ਨਾਲ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੇ ਗੁਣ ਦੱਸਣੇ ਪਿਆ ਕਰਨਗੇ। ਉਹਨਾਂ ਨੂੰ ਬੱਚਿਆਂ ਨੂੰ ਜਾ ਕੇ ਦੱਸਣਾ ਪਿਆ ਕਰੂਗਾ ਵੀ ਟ੍ਰੈਫਿਕ ਦੇ ਨਿਯਮ ਕੀ ਨੇ, ਹੈ ਨਾ। ਫਿਰ ਉੱਥੋਂ ਸਰਟੀਫਿਕੇਟ ਵੀ ਹਾਸਲ ਹੋਊਗਾ। ਤੇ ਬਕਾਇਦਾ ਤੌਰ 'ਤੇ ਵੀ ਹੈਗਾ ਕਿ ਜਿਹੜਾ ਲਾਇਸੈਂਸ ਹੈ ਉਹ ਵੀ ਰੱਦ ਹੋਇਆ ਕਰੂਗਾ। ਹੁਣ ਜੇ ਪਹਿਲੀ ਵਾਰ 3 ਮਹੀਨਿਆਂ ਲਈ ਜੇ ਚਲਾਨ ਹੁੰਦਾ ਤਾਂ 3 ਮਹੀਨਿਆਂ ਲਈ ਸਸਪੈਂਡ ਹੋਊਗਾ ਲਾਇਸੈਂਸ। ਦੂਜੀ ਵਾਰ ਫਿਰ ਜੁਰਮਾਨਾ ਥੋੜ੍ਹਾ ਵੱਧ ਹੋਊਗਾ, 3 ਮਹੀਨਿਆਂ ਲਈ ਫੇਰ ਹੋਊਗਾ। ਤੀਜੀ ਵਾਰ ਫਿਰ ਉਹਨੂੰ ਕੋਰਸ ਕਰਵਾਇਆ ਜਾਊਗਾ ਟ੍ਰੈਫਿਕ ਦਾ, ਉਸ ਤੋਂ ਬਾਅਦ ਫਿਰ ਲਾਇਸੈਂਸ ਜਾਰੀ ਹੋਊਗਾ। ਸੋ ਨਿਯਮ ਜ਼ਰੂਰੀ ਨੇ, ਸੁਧਾਰ ਵੀ ਜ਼ਰੂਰੀ ਨੇ। ਹੁਣ ਜਿੱਦਾਂ ਕਦਮ ਵੱਧ ਰਹੇ ਨੇ ਭਗਵੰਤ ਸਿੰਘ ਮਾਨ ਹੋਰਾਂ ਦੇ, ਸੁਧਾਰ ਤਾਂ ਆਉਣੇ ਜ਼ਰੂਰੀ ਨੇ। ਫਿਰ ਇਹਨਾਂ ਵਾਸਤੇ ਜੇ ਇੱਦਾਂ ਦੇ ਨਿਯਮ ਬਣਨਗੇ ਸੁਧਾਰ ਵੀ ਆਏਗਾ। ਸੋ ਮੇਰੇ ਖਿਆਲ ਨਾਲ ਅੱਛਾ ਕਦਮ ਹੈਗਾ ਜੀ। ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਧੰਨਵਾਦ ਜੀ, ਸ਼ੁਕਰੀਆ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ, ਜਿਨ੍ਹਾਂ ਨਾਲ ਅਸੀਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਿਆ ਹੋਵੇਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।